Hello, welcome on our channel Chemistry with Karm. So today we are going to discuss about the answers of masticator chemistry paper. ਤਾਂ ਬਹੁਤ ਟਫ ਸੀਗਾ ਪੇਪਰ, ਸੋ ਕੈਮਿਸਟਰੀ ਦਾ ਲੈਵਲ ਵੀ ਬਹੁਤ ਉੱਚਾ ਸੀਗਾ, ਬਾਕੀ ਸਬਜੈਕਟਸ ਦਾ ਵੀ ਬਹੁਤ ਉੱਚਾ ਸੀਗਾ। ਐਂਡ ਆਈ ਥਿੰਕ ਇੱਕ ਕੇਸ ਬਣੂਗਾ ਕਿ ਜਿਹੜੇ BSc ਆਨਰਸ ਸਕੂਲ ਵਾਲੇ ਹੁੰਦੇ ਜਾਂ MSc ਆਨਰਸ ਸਕੂਲ ਵਾਲੇ ਹੁੰਦੇ ਆ, ਉਹਨਾਂ ਕੋਲ ਸਿਰਫ ਕੈਮਿਸਟਰੀ ਹੁੰਦੀ ਹੈ ਜਾਂ ਸਿਰਫ ਫਿਜ਼ਿਕਸ ਹੁੰਦੀ ਹੈ ਜਾਂ ਸਿਰਫ ਬਾਇਓਲੋਜੀ ਹੁੰਦੀ ਹੈ, ਤਾਂ ਜਿਹੜੇ ਦੋ ਸਬਜੈਕਟ ਬਾਕੀ ਹੁੰਦੇ ਨੇ ਉਹਨਾਂ ਦੇ ਸਟਰੋਂਗ ਨਹੀਂ ਹੁੰਦੇ ਆ ਐਜ਼ ਯੂ ਨੋ। ਬਟ ਨੋਨ ਮੈਡੀਕਲ ਵਾਲੇ ਹਾਂ ਉਹ ਕਰ ਜਾਂਦੇ ਹੁੰਦੇ ਆ BSc, ਕਿਉਂਕਿ ਉਹਨਾਂ ਕੋਲ ਤਿੰਨ ਸਬਜੈਕਟ ਪੜ੍ਹਦੇ ਨੇ। ਸੋ ਦੇਖੋ ਕਿਆ ਕਰਦੇ ਨੇ ਆਨਰਸ ਸਕੂਲ ਵਾਲੇ, ਸੋ ਜਿਨ੍ਹਾਂ ਕੋਲ ਸਬਜੈਕਟ ਹੀ ਇੱਕ ਬਚਦਾ ਆ, ਉਹਨਾਂ ਵਿੱਚੋਂ ਮੈਂ ਵੀ ਇੱਕ ਆ। ਦੱਸੋ ਲੈਟਸ ਸੀ ਕਿਆ ਕਰਦੇ ਆ, ਮਿਲ ਕੇ ਫਰੈਂਡਸ ਨਾਲ ਅਸੀਂ ਗੱਲ ਕਰਦੇ ਹਾਂ, ਕੁਛ ਫਰੈਂਡਸ ਦੇ ਨਾਲ। ਹਾਂ ਬਾਕੀ ਚਲੋ ਆਪਾਂ ਸੋਲਵ ਕਰਦੇ ਹਾਂ ਕੈਮਿਸਟਰੀ ਦੇ ਪੇਪਰ। ਫਸਟ ਕਰੈਕਟ ਆਪਸ਼ਨ ਇਜ਼ A, correct option A. Which of the following halides is prepared? ਕਿਹੜਾ ਹਾਈਲਾਈਟ ਹੋਏਗਾ ਅਕੋਰਡਿੰਗ ਟੂ ਮਾਰਕੋਨਿਕ ਰੂਲ? ਅਕੋਰਡਿੰਗ ਟੂ ਮਾਰਕੋਨਿਕ ਰੂਲ ਦੇ ਬਰੋਮੀਨ ਉੱਥੇ ਜਾਏਗਾ ਜਿੱਥੇ ਲੈਸ ਨੰਬਰ ਆਫ ਹਾਈਡਰੋਜਨ ਐਟਮਸ ਹੋਣਗੇ, ਬਰੋਮੀਨ ਉੱਥੇ ਜਾ ਕੇ ਅਟੈਕ ਕਰੇਗਾ। ਤੇ ਨੈਕਸਟ ਇਹਦਾ ਕਰੈਕਟ ਆਪਸ਼ਨ ਜਿਹੜਾ ਹੈਗਾ, ਨੈਕਸਟ ਆਪਣੇ ਕੋਲ ਆਨਸਰ ਹੈਗਾ ਇਹਦਾ ਬ੍ਰਾਈਟਨੈਸ ਵਧਾ ਲਈ, ਥੋੜੀ ਜਿਹੀ ਬ੍ਰਾਈਟਨੈਸ ਵਧ ਗਈ ਤਾਂ ਇਟਸ ਓਕੇ, ਥੋੜੀ ਜਿਹੀ ਸੈਟਿੰਗ ਕਰ ਲਈਏ। ਓਕੇ ਨਾਓ ਦਿਸ is it visible? Okay guys, okay stand is not proper, ठीक है जी, ठीक है। okay let's see, देखो ਤਾਂ ਨੈਕਸਟ ਅਕੋਰਡਿੰਗ ਟੂ ਮਾਰਕੋਨਿਕ ਰੂਲ ਦੇ ਅਕੋਰਡਿੰਗ ਇਹਦਾ ਕੀ ਆਨਸਰ ਆ ਜਾਣਾ ਸੀਗਾ ਫਸਟ ਵਾਲਾ, ਬਰੋਮੀਨ ਉੱਤੇ ਜਾਏਗੀ ਅਟੈਕ ਕਰੇਗੀ। ਸੋ ਸੈਕਿੰਡ ਦਾ ਆਪਸ਼ਨ ਮੇਰੇ ਅਕੋਰਡਿੰਗ ਕਿਆ ਆਏਗਾ, ਉਹ ਹੈਗਾ B। ਸੋ ਇੱਕ ਫਿਰ ਵੀ ਡਾਊਟ ਹੈ ਜੀ, ਅਸੀਂ ਅਕੋਰਡਿੰਗ ਟੂ D ਪਾਰਟ ਦੇ ਅਕੋਰਡਿੰਗ ਕਰ ਰਹੇ ਹਾਂ। ਸਾਡੇ ਕੋਲ D ਸੀਗਾ ਕੋਡ D ਸੀਰੀਜ਼ ਦਾ। ਓਕੇ ਸੋ ਅਸੀਂ D ਪੇਪਰ ਸੋਲਵ ਕਰਦੇ ਪਏ ਹਾਂ, ਸੋ ਇਸ ਨੂੰ ਧਿਆਨ 'ਚ ਰੱਖ ਲੈਣਾ। ਨੈਕਸਟ ਕੁਐਸਚਨ is the structure of the compound that gives a tribromo derivative on treatment with bromine water? ਇਹੋ ਜਿਹਾ ਕਿਹੜਾ ਹੈਗਾ ਕੰਪਾਊਂਡ ਜਿਹੜਾ ਟ੍ਰਾਈਬ੍ਰੋਮੋ ਦੇਵੇਗਾ? ਸੋ C is the correct option. Now next is the major product of this one C, as you can see. Okay, the major product obtained on interaction of phenol with sodium hydroxide and carbon dioxide। ਤਾਂ ਕਿਹੜਾ ਮੇਨ ਪ੍ਰੋਡਕਟ ਬਣੇਗਾ ਜੀ ਜਦੋਂ ਅਸੀਂ ਸੋਡੀਅਮ ਹਾਈਡਰੋਕਸਾਈਡ ਨੂੰ ਐਡ ਕਰਦੇ ਹਾਂ ਫਿਨੋਲ ਦੇ ਵਿੱਚ? ਲੈਟਸ ਦੇਖੋ, ਜਿੱਦਾਂ ਆਪਾਂ ਫਿਨੋਲ ਹੈ, ਫਿਨੋਲ ਦੇ ਵਿੱਚ ਅਸੀਂ ਕਿਆ ਕੀਤਾ ਹੋਇਆ, ਉਹਨਾਂ ਨੇ ਕਿਹਾ ਸਾਨੂੰ ਇੱਕ ਤਾਂ NaOH ਐਡ ਕਰਨਾ ਆ, ਠੀਕ ਹੈ, ਐਂਡ ਸੈਕਿੰਡ ਆਪਾਂ ਨੂੰ ਕਿਹਾ ਗਿਆ ਉਹਦੇ ਵਿੱਚ ਕਾਰਬਨ ਡਾਈਆਕਸਾਈਡ, ਦੂਸਰੀ ਅਸੀਂ ਕਾਰਬਨ ਡਾਈਆਕਸਾਈਡ ਐਡ ਕਰਨੀ ਵਾ, ਠੀਕ ਹੈ। ਤਾਂ ਇਹ ਕਿਤੇ ਨਾ ਕਿਤੇ ਆਪਣੀ ਨੇਮਿੰਗ ਰਿਐਕਸ਼ਨ ਦੇ ਵਿੱਚ ਆਉਂਦਾ ਹੁੰਦਾ ਆ। ਇਹਦਾ ਆਨਸਰ ਕੀ ਆਏਗਾ? 2-ਹਾਈਡਰੋਕਸੀ ਬੈਂਜ਼ੋਇਕ ਐਸਿਡ। 2-ਹਾਈਡਰੋਕਸੀ ਬੈਂਜ਼ੋਇਕ ਐਸਿਡ, ਦਿਸ ਵਨ ਇਜ਼ ਦਾ ਕਰੈਕਟ ਆਪਸ਼ਨ। ਓਕੇ ਸੋ ਇਹਦਾ ਆਨਸਰ ਜਿਹੜਾ ਆਏਗਾ ਫੋਰਥ ਦਾ C ਆਪਸ਼ਨ ਇਜ਼ ਕਰੈਕਟ ਹੋਏਗਾ। ਨੈਕਸਟ ਅਸੀਂ ਮੂਵ ਕਰਦੇ ਹਾਂ ਫਿਫਥ ਕੁਐਸਚਨ ਦੇ ਵੱਲ। ਫਿਫਥ ਕੁਐਸਚਨ ਕੀ ਹੈ? ਵਿਚ ਆਫ ਦੀ ਫੋਲੋਇੰਗ ਪੇਅਰ ਆਫ ਅਲਕੋਨ ਕੈਨ ਬੀ ਡਿਸਟਿੰਗੁਇਸ਼ ਬਿਟਵੀਨ ਵਿਕਟਰਮੇਅਰ ਟੈਸਟ। ਵਿਕਟਰਮੇਅਰ ਟੈਸਟ ਕਿੱਥੇ ਯੂਜ਼ ਕੀਤਾ ਜਾਂਦਾ? ਵਿਕਟਰਮੇਅਰ ਟੈਸਟ ਪ੍ਰਾਇਮਰੀ ਐਂਡ ਸੈਕੰਡਰੀ ਟਰਸ਼ਰੀ ਅਲਕੋਹਲਸ ਨੂੰ ਡਿਫਰਸ਼ੀਏਟ ਕਰਨ ਲਈ ਯੂਜ਼ ਕਰਤਾ ਜਾਂਦਾ ਆ, ਠੀਕ ਹੈ। ਸੋ ਹੇਅਰ 1 ਪ੍ਰੋਪੈਨੋਲ 2 ਪ੍ਰੋਪੈਨੋਲ ਸੇਮ ਹੈਗੇ ਆ, ਪੈਂਟਾਨੋਲ ਸੇਮ ਹੈਗੇ ਆ, ਮਿਥੇਨੋਲ ਇਥੇਨੋਲ ਡਿਫਰੈਂਟ, ਇਥੇਨੋਲ ਐਂਡ 1 ਪ੍ਰੋਪੈਨੋਲ ਡਿਫਰੈਂਟ। ਸੋ ਮਿਥੇਨੋਲ ਐਂਡ ਇਥੇਨੋਲ ਦੇ ਵਿੱਚ ਆਪਾਂ primary or we can say that secondary, sorry B, correct option B ਹੋਏਗਾ। next question is the compound formed on heating chlorobenzene with chloral in the presence of concentrated sulfuric acid। ਮਤਲਬ ਤਾਂ ਮੈਨੂੰ ਕੁਐਸਚਨ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈਗੀ, ਤੁਸੀਂ ਸਾਰਾ ਕੁਐਸਚਨ ਕੀਤਾ ਹੀ ਹੋਣਾ, ਮੈਂ ਜਸਟ ਤੁਹਾਨੂੰ ਆਨਸਰ ਹੀ ਦੱਸੂਗਾ। ਸੋ ਤਾਂ ਵੀਡੀਓ ਬਹੁਤ ਲੰਬੀ ਬਣ ਜਾਊਗੀ। ਸੋ ਇਹਦਾ ਆਨਸਰ ਕੀ ਆਏਗਾ? DDT ਇਜ਼ ਦਾ ਕਰੈਕਟ ਆਨਸਰ, ਬਿਕੋਜ਼ ਜਦੋਂ ਅਸੀਂ 1-ਟ੍ਰਾਈਕਲੋਰੋ ਇਥੇਨ ਨੂੰ ਅਸੀਂ ਐਡ ਕਰਦੇ ਹਾਂ ਕਲੋਰਲ ਦੇ ਵਿੱਚ ਤਾਂ ਸਾਡੇ ਕੋਲ DDT ਬਣਦਾ ਹੈ। ਜਿਨ੍ਹਾਂ ਨੇ ਪ੍ਰੋਪਰ ਰਿਐਕਸ਼ਨ ਪੜ੍ਹੀ ਹੋਏਗੀ ਤਾਂ ਉਹਨਾਂ ਦਾ ਕਰੈਕਟ ਆਨਸਰ ਹੋਏਗਾ। ਸੋ ਅਗਲੇ ਵਾਲਾ ਥੋੜ੍ਹਾ ਜਿਹਾ ਕਨਫਿਊਜ਼ਿੰਗ ਸੀਗਾ ਬਿਕੋਜ਼ ਆਲ ਆਰ ਦੀ ਆਕਸੀਡਾਈਜ਼ਿੰਗ ਏਜੰਟਸ ਨਾ, ਤਾਂ ਆਪਾਂ ਆਕਸੀਡੇਸ਼ਨ ਕਰਾਉਣੀ ਸੀਗੀ, ਬਟ ਦੇ ਆਰ ਸਟਰੋਂਗ ਆਕਸੀਡਾਈਜ਼ਿੰਗ ਏਜੰਟਸ ਐਜ ਯੂ ਨਾਓ। KMnO4 ਪੋਟਾਸ਼ੀਅਮ ਡਾਈਕ੍ਰੋਮੇਟ
ਮਾਈਲਡ ਆਕਸੀਡਾਈਜ਼ਿੰਗ ਹੈ, ਬਟ ਇਹਨਾਂ ਨੇ ਜਿਹੜਾ ਆਂਸਰ ਦਿੱਤਾ ਗਿਆ ਉਹ ਦਿੱਤਾ ਹੈ ਇਹਦਾ ਪਿਰੀਡੀਨੀਅਮ ਕਲੋਰੋਮੇਟ ਦਾ PCC। PCC ਅਗਰ ਜੇ PCC ਦਿੰਦੇ ਫਿਰ ਬੱਚਿਆਂ ਦੇ ਹੋ ਸਕਦਾ ਮਾਈਂਡ ਵਿੱਚ ਹੁੰਦਾ, ਬਟ ਉਹਨੇ ਪਿਰੀਡੀਨੀਅਮ ਕਲੋਰੋਕ੍ਰੋਮੇਟ ਹੋ ਗਿਆ ਕਿਉਂਕਿ ਪੇਪਰ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ ਕਿ ਇੱਦਾਂ ਦਾ ਬੰਦਾ ਸੋਚ ਸਕੇ। ਸੋ ਇਹ ਵੀ ਆਕਸੀਡਾਈਜ਼ਿੰਗ ਏਜੰਟਸ ਨੇ, ਇਹ ਵੀ ਆਕਸੀਡਾਈਜ਼ਿੰਗ ਏਜੰਟਸ ਨੇ। ਸੋ ਸਟਰੋਂਗ ਕਿਹੜਾ ਹੈਗਾ, ਇਟਸ ਡਿਪੈਂਡ ਅਪਨ ਦੀ ਰੀਏਜੈਂਟਸ ਅਸੀਂ ਕੀ ਐਡ ਕਰਦੇ ਪਏ, ਬਟ ਇੱਕ ਓਬਜੈਕਸ਼ਨੇਬਲ ਕੁਐਸਚਨ ਹੋ ਸਕਦਾ ਬਿਕੋਜ਼ chromate is also mild oxidizing agent and pyridinium is also mild oxidizing agents। ਸੋ ਇਹਦੇ ਤੇ ਆਪਾਂ ਡਾਊਟ ਲਗਾਵਾਂਗੇ, ਆਪਾਂ ਇਹਦੇ ਤੇ ਓਬਜੈਕਸ਼ਨ ਲਗਾਵਾਂਗੇ ਕਿ ਇਹਨਾਂ ਦੇ ਵਿੱਚ ਦੋਨਾਂ ਕਾਰਬਨ ਆਕਸੀਡੇਸ਼ਨ ਪ੍ਰੋਡਕਟ ਦੇ ਵਿੱਚ ਜਿਹੜੇ ਆਕਸੀਡੇਸ਼ਨ ਹੈਗੇ ਨੇ ਰੀਏਜੈਂਟ ਤਾਂ they have similar capability to form aldehyde from alcohol। Okay, next, which is the major product formed when acetone is heated with iodine and potassium hydroxide? So this is iodoform test, is iodoform। Next, ninth ਦਾ ਜਿਹੜਾ ਆਂਸਰ ਹੈਗਾ ਉਹ ਕੀ ਹੈ, ਹੈਲਵਨਜ਼ਾਈਡ ਰਿਐਕਸ਼ਨ, HVZ ਰਿਐਕਸ਼ਨ ਪੜੀ ਹੋਏਗੀ, ਤਾਂ ਕਰੈਕਟ ਆਂਸਰ ਇਜ਼ HVZ। ਨੈਕਸਟ 10th ਕੁਐਸਚਨ ਦਾ ਜੋ ਆਂਸਰ ਹੋਏਗਾ that would be orthohydroxybenzoic acid। orthohydroxybenzoic acid ਜਿਹੜਾ ਨੈਕਸਟ ਹੈ ਉਹਦਾ ਆਂਸਰ ਹੋਏਗਾ ਜੀ orthobenzoic acid ਦਾ 10th ਕੁਐਸਚਨ ਦਾ ਜਿਹੜਾ ਆਂਸਰ ਹੈ ਦਿਸ ਵਨ। ਠੀਕ ਹੈ ਜੀ, ਇਸ ਵਾਰ 11th ਕੁਐਸਚਨ ਦਾ ਜਿਹੜਾ 11th ਕੁਐਸਚਨ ਹੈ ਥਾਇਰੋਇਡ ਕਲੋਰਾਈਡ ਐਡ ਕਰਨਾ ਵਾ, ਸੋ ਫਸਟ ਆਪਸ਼ਨ ਇਜ਼ ਕਰੈਕਟ ਆਪਸ਼ਨ। 11th ਦਾ ਫਸਟ ਕੁਐਸਚਨ। 12th ਦਾ ਜਿਹੜਾ ਆਪਸ਼ਨ ਹੈ ਜੀ ਫਸਟ ਆਪਸ਼ਨ ਇਜ਼ ਕਰੈਕਟ ਆਪਸ਼ਨ। First option is correct option। 13th चलो मूव करते हैं। 13th ਦੇ ਕੋਲੇ ਕੀ ਹੈ, which of the following compound will react with ethanolic potassium cyanide। KCN ਦੇ ਨਾਲ ਕੌਣ ਐਡ ਹੋਊਗਾ, KCN ਦੇ ਨਾਲ ਜਿਹੜਾ ਸਾਡਾ ਹੈਗਾ ਬੈਂਜੋਫਿਨੋਨ ਰਿਐਕਸ਼ਨ ਹੋਊਗੀ, ਬੈਂਜੋਫਿਨੋਨ। ਠੀਕ ਹੈ ਜੀ। ਇਸ ਵਾਰ ਨੈਕਸਟ ਕੁਐਸਚਨ 14 ਦੇ ਵਿੱਚ ਦੇਖੋ ਜੀ, ਬੈਕਲਾਈਟ ਇਜ਼ ਓਬਟੇਨਡ ਫਰੋਮ ਫਿਨੋਲ ਬਾਈ ਰਿਐਕਟਿੰਗ ਵਿਦ, ਬਹੁਤ ਈਜੀ ਸੀਗਾ ਬਟ ਉਹਨਾਂ ਨੇ ਥੋੜ੍ਹਾ ਜਿਹਾ ਰੋਟੇਟ ਕਰ ਦਿੱਤਾ ਗਿਆ, ਬਟ ਜਿੱਦਾਂ ਕਿ ਬੈਕਲਾਈਟ ਓਬਟੇਨ ਹੁੰਦਾ ਸਾਨੂੰ ਪਤਾ ਬੈਕਲਾਈਟ ਇਜ਼ ਪੋਲੀਮਰ ਦੇ ਮੋਨੋਮਰਸ ਕਿਹੜੇ ਹੁੰਦੇ ਨੇ, ਫਾਰਮੈਲਡੀਹਾਈਡ ਐਂਡ ਫਿਨੋਲ। ਸੋ ਦੈਟਸ ਵਾਈ ਦ ਕਰੈਕਟ ਆਪਸ਼ਨ ਇਜ਼ D। ਇਹ ਪੋਲੀਮਰ 'ਚ ਕੁਐਸਚਨ ਆਇਆ ਸੀਗਾ, ਪੇਪਰ ਟਫ ਸੀਗਾ ਨੋ ਡਾਊਟ, ਤਾਂ ਕੱਟ ਆਫ ਵੀ ਬਹੁਤ ਨੀਚੇ ਜਾਏਗੀ, ਐਕਸਪੈਕਟਡ 40 ਐਕਸਪੈਕਟਡ ਹੈ ਕੱਟ ਆਫ ਜਾਏਗੀ, ਨੀਅਰ ਅਬਾਊਟ 40 ਪੱਕੇ ਆ ਜਿਹੜੀ ਕੱਟ ਆਫ ਦੇ ਨੇ, ਕੱਟ ਵੀ ਜਾ ਸਕਦੀ ਹੈ ਇਸ ਦੇ ਨਾਲੋਂ। ਸੋ ਡੋਂਟ ਨੋ ਕਿਆ ਹੁੰਦਾ, ਦੇਖੋ accumulation of which one of the molecules in the muscles ਕਰ ਸਾਡੇ ਮਸਲਸ ਦੇ ਵਿੱਚ ਜਦੋਂ ਖੱਲੀਆਂ ਪੈ ਜਾਂਦੀਆਂ ਸੀ ਪੰਜਾਬੀ ਦੇ ਵਿੱਚ ਕਹਿੰਦੇ ਤਾਂ ਕਿਸ ਕਰਕੇ ਹੁੰਦੀਆਂ ਨੇ, ਲੈਕਟਿਕ ਐਸਿਡ ਦੀ ਕਰਕੇ। ਹਾਈ ਐਕਸਰਸਾਈਜ਼ ਕਰਨ ਤੋਂ ਬਾਅਦ ਸਾਨੂੰ ਮਸਲਸ ਨੂੰ ਜ਼ਿਆਦਾ ਆਕਸੀਜਨ ਦੀ ਲੋੜ ਹੁੰਦੀ ਹੈ, ਸੋ ਉਹਦੇ ਕਰਕੇ ਲੈਕਟਿਕ ਐਸਿਡ ਪ੍ਰੋਡਿਊਸ ਹੋ ਜਾਂਦਾ ਆ ਜ਼ਿਆਦਾ ਦੌੜ ਲਗਾਉਣ ਨਾਲ, ਜ਼ਿਆਦਾ ਥਕਾਨ ਦੇ ਨਾਲ। ਸੋ ਐਂਡ ਇੰਜਨ ਬਿਟਵੀਨ 100°C and 4°C take place this 1 calorie heat, how much work is done by it? ਕਹਿੰਦੇ ਇੱਕ ਇੰਜਨ ਦਾ ਵਰਕ ਕਰਨਾ, the correct answer I think so 508 Kelvin ਆਏਗਾ। so this is the correct option। next is which of the following statement is false? ਕਿਹੜੀ ਸਟੇਟਮੈਂਟ ਇਹਦੇ ਵਿੱਚੋਂ false ਹੈ, ਕਿਹੜੀ ਗਲਤ ਹੈ ਜੀ? ਪਹਿਲੀ ਵੀ ਸਹੀ ਹੈ, ਸੈਕਿੰਡ ਵੀ ਸਹੀ ਹੈ। work done by reversible process is greater than the corresponding irreversible process, ਤਾਂ ਇਹ ਜਿਹੜੀ ਹੈਗੀ ਆਪਣੇ ਕੋਲ ਰਿਐਕਸ਼ਨ slow while reversible speed measurable speed। ਸੋ ਇਹ ਆਪਣਾ ਡਾਊਟ ਆ ਹਜੇ, ਇਹ ਡਾਊਟ 'ਚ ਰੱਖਦੇ ਆਪਾਂ। ਨੈਕਸਟ ਕੁਐਸਚਨ ਹੈ, ਸੋ there 18th ਦਾ ਕੁਐਸਚਨ ਹੈਗਾ, there will be no net movement across the membrane ਦੇ ਆਸ-ਪਾਸ ਕੋਈ ਵੀ ਮੂਵਮੈਂਟ ਨਹੀਂ ਹੋਏਗੀ। 0.5% potassium chloride solution freezes at this one temperature, we want to factor 1.92 आंसर आएगा। इस बार नेक्स्ट, when potassium chlorate is heated decomposes KCl, then manganese oxide act as a catalyst, this one is correct option, तो correct option होएगा। नेक्स्ट अगे 21st ਵਿੱਚ ਦੱਸਣਾ ਹੈ ਸੀ ਕਿ ਕੀ ਆਂਸਰ ਹੋਏਗਾ ਜਦੋਂ ਰਿਵਰਸੀਬਲ ਰਿਐਕਸ਼ਨਸ ਹੋਣਗੀ ਤਾਂ ਇਨਕਰੀਜ਼ਸ ਦੀ ਰੇਟ ਆਫ ਬੈਕਵਰਡ ਐਂਡ ਫਾਰਵਰਡ ਰਿਐਕਸ਼ਨ ਦੋਨੋਂ ਹੋਣੀ ਹੈ ਜੀ। ਕਰੈਕਟ ਆਪਸ਼ਨ ਹੈ C। 22 ਦਾ ਲਾਸਟ ਟਾਈਮ ਵੀ ਰਿਪੀਟ ਹੋ ਚੁੱਕਿਆ ਕੁਐਸਚਨ, ਲਾਸਟ ਟਾਈਮ ਵੀ ਆਇਆ ਸੀਗਾ, ਇਸ ਵਾਰ ਫਿਰ ਰਿਪੀਟ ਹੋਇਆ, ਸਿਰਫ ਇੱਕੋ ਹੀ ਕੁਐਸਚਨ ਹੈ ਆਈ ਥਿੰਕ ਸੋ ਜਿਹੜਾ ਰਿਪੀਟ ਹੋਇਆ,
पिछले लास्ट ईयर्स चों वो हैगा 2 दी रेज़ पर माइनस nm। सो करैक्ट ऑप्शन इज दिस वन। विच वन ऑफ दिस सोल्स एक्ट एज ए प्रोटैक्टिव कोलाइड। प्रोटैक्टिव कोलाइड किनू कहने असीं जेलेटिन नू। जेलेटिन इज द करैक्ट ऑप्शन। नैक्सट द रेट ऑफ फिजिक्स ऑप्शन इनक्रीजेस विद। मैं क्वेश्चन नहीं पढ़ूंगा, बहुत थक जाना है क्वेश्चन रिपीट करन लग्या भी किन्ने क्वेश्चन पढ़ने पैने आ। सो जोर लाना आपां आंसर ते। सो आंसर तुहाडे दिमाग विच बैठ जाणगे तां तुसीं अपनी आंसर की चैक कर लओगे। ठीक है जी। सो अगे है द रेट ऑफ फिर क्वेश्चन पढ़न लगे है ना। सो आप क्वेश्चन नहीं पढ़ने, जस्ट देख लेने कि हाँ हाँ दिस वन एंड आंसर इज दिस वन, डिक्रीज इन टैंपरेचर। डिक्रीज इन टैंपरेचर आना सीगा। ओके फिजिक्स ऑप्शन है, फिजिकल वाली ऑप्शन है। नेक्स्ट गोल्ड नंबर इज मेजर ऑफ द। गोल्ड नंबर क्या मेजर करता है? स्टेबिलिटी ऑफ द गोल्ड। स्टेबिलिटी ऑफ द गोल्ड असी मेजर करते हैं जी इस नाल। नेक्स्ट है 26 इन डेनियल सेल्स हैविंग जिंक इलेक्ट्रोड। दिस वन एंड बहुत सारे दिता होया है बट हियर व्हाट वुड द फार्मूला अकॉर्डिंग टू मीज अगर EMF पूछी होंगी दैन आंसर ए आता है। EMF पूछी हो कैथोड माइनस एनोड बट आई थिंक सो दिस वुड बी राइट पर दिस भी आप डाउट्स रख लेने। चलो कोई गल नहीं, एक दो क्वेश्चन है ना। सो 2 इलेक्ट्रॉन प्रेजेंट इन एन ऑर्बिटल आर डिस्टिंग्विश्ड बाय 2 इलेक्ट्रॉन प्रेजेंट ऑर्बिटल दे विच। ऑर्बिटल ਦੇ ਵਿੱਚ ਜਿਹੜੇ 2 ਇਲੈਕਟ੍ਰੋਨ ਪ੍ਰੈਜ਼ੈਂਟ ਨੇ ਉਹਨਾਂ ਅਸੀਂ ਕਿੱਦਾਂ ਡਿਸਟਿੰਗੁਇਸ਼ ਕਰ ਸਕਦੇ ਹਾਂ। ਸੋ 2 ਇਲੈਕਟ੍ਰੋਨਸ ਆਰ ਪ੍ਰੈਜ਼ੈਂਟ ਇਨ ਆਰਬਿਟਲ ਆਰ ਡਿਸਟਿੰਗੁਇਸ਼ਡ ਬਾਈ ਕੁਆਂਟਮ ਨੰਬਰ ਨਾਲ ਡਿਸਟਿੰਗੁਇਸ਼ ਨਹੀਂ ਕਰ ਸਕਦੇ ਆਪਾਂ। ਮੈਗਨੈਟਿਕ ਕੁਆਂਟਮ ਨੰਬਰ ਨਾਲ ਵੀ ਨਹੀਂ डिस्कस कर सकते, एजीमुथल क्वांटम नंबर नाल भी नहीं। सो स्पिन क्वांटम नंबर नाल असीं मेजर कर सकते हैं उन्हां दा डिफरेंस। इलैक्ट्रोमैग्नेटिक रेडिएशन इज मैक्सिमम वेवलैंथ। मैक्सिमम वेवलैंथ किहदी हुंदी है? रेडियो वेव्स की है ना। रेडियो वेव्स की फ्यूचर च भी याद रखियो कि जिहड़ी रेडियो वेव्स ने ना इन्हां दी जिहड़ी फ्रीक्वेंसी हुंदी आ वो लार्ज हुंदी है। आई थिंक तुहानूं विजिबल होएगा। इदा ठीक है ना। ओके सेटिंग थोड़ी जी प्रॉब्लम आ रही है सेटिंग करने विच। जस्ट 1 मिनट वेट करना जी, इस कैमरे की सेटिंग कर लेने आप। नैक्सट क्वेश्चन इज रेडियो वेव्स का जो करैक्ट ऑप्शन है रेडियो वेव्स क्यों होंगे? क्योंकि आप पढ़िया राम इन वनवास है ना। राम इन वनवास पर वो नहीं गया उनका जितों आता सी है ना। आप एक टर्म याद करते होंगे सब तो वध फ्रिक्वेंसी वेवलेंथ सॉरी रेडियो वेव की होंगी है। सो नैक्सट इज इन सॉलिड स्टेट लैटिस कटायन हैज़ लैफ्ट। ये भी क्वेश्चन रिपीट होया होया तो फ्रैंकल डिफेक्ट शो करेगा। सो नैक्सट इज the average kinetic energy in joules of molecules in 8 gram of methanol. Correct option is B option correct है। next 31 ਦਾ so first question first answer is correct। ਜਿਹੜਾ buffer solution है वो दे ये वाला शो नहीं करूँगा। बाकी next is correct option है कुछ वीडियोस ते गलत दिखा रहे ने। so option क्या correct this one ਤੁਹਾਨੂੰ ਬਿਲਕੁਲ ਸਟੀਕ ਤੇ ਸਹੀ ਜਾਣਕਾਰੀ ਮਿਲੇਗੀ। ਜਿਹੜਾ ਆਨਸਰ ਸਾਨੂੰ ਨਹੀਂ ਪਤਾ ਅਸੀਂ ਨਹੀਂ ਦੱਸਾਂਗੇ। ਸੋ ਵਾਟ ਵਿਲ ਬੀ ਦੀ ESR ਫ੍ਰੀਕੁਐਂਸੀ ਆਫ ਐਨ ਅਨਪੇਡ ਇਲੈਕਟ੍ਰੋਨ। ਅਨਪੇਡ ਇਲੈਕਟ੍ਰੋਨ ਦੀ ਜਿਹੜੀ ESR ਫ੍ਰੀਕੁਐਂਸੀ ਆ ਉਹ ਕੀ ਹੈਗੀ ਆ। ਸੋ ਤੁਸੀਂ ਇਹ ਨਿਕਾਲਣੀ ਆ ਨਾ। ਡਾਊਟ ਆ ਕਿਸੇ ਦੀ ਕਿੰਨਾ ਆਨਸਰ ਆ ਰਿਹਾ ਕਿਸੇ ਦਾ ਕਿੰਨਾ ਆ ਰਿਹਾ। ਸੋ ਅਸੀਂ ਆਪਾਂ ਇਹਨੂੰ ਡਾਊਟ 'ਚ ਰੱਖਾਂਗੇ। ਸੋ ਨੈਕਸਟ ਕੁਐਸਚਨ ਇਜ਼ ਦੀ ਐਟੋਮਿਕ ਸਾਈਜ਼ ਆਫ ਲਿਥੀਅਮ ਬਰੀਲੀਅਮ ਬੋਰਨ ਕਾਰਬਨ ਵੇਰੀ ਇਨ ਦੀ ਆਰਡਰ। ਤਾਂ ਕਿੱਦਾਂ ਵੇਰੀ ਕਰਦੇ ਨੇ? ਸਭ ਤੋਂ ਘੱਟ ਜਾਂ ਵੱਧ ਸਾਈਜ਼ ਕਿੰਨਾ ਹੁੰਦਾ ਆ? सब तो वध साइज किंदा हुंदा है जी? हाँ लिथियम का फिर बैरीलियम फिर बोरोन फिर कार्बन क्योंकि साइज इदा डिक्रीज करता जाता है। सो करैक्ट ऑप्शन इज हेयर दिस वन 33rd द फर्स्ट। सो जिंक और मेनली कंटेन्स इन जिंक किंदे विच मिलदी है जी? जिंक और जिंक सल्फाइड दे विच। नैक्सट क्वेश्चन ऑप्शन इज
जिन्हें ज़्यादा हाइड्रोजन नंबर हो ज़्यादा हाइड्रोजन मॉलिक्यूल्स होंगे। इनका क्वेश्चन आ भी हो सकता है, ये भी हो सकता है, बट डाउट क्लीयर नहीं है क्योंकि सानू सॉरी ये नहीं ये वाला हो सकता है जिन्होंने को 2 हाइड्रोजन मॉलिक्यूल्स जिन्होंने को ज़्यादा नंबर ऑफ हाइड्रोजन मॉलिक्यूल्स ने, सो वो एक्सप्लोजिव होंगे। नैक्सट क्वेश्चन, विच ऑफ द फॉलोइंग रिएक्शन लीड्स टू अवार्डिंग नोबल प्राइज़। नोबल प्राइਜ਼ ਕਿਹਨੂੰ ਮਿਲਿਆ ਸੀਗਾ? ਰਦਰਫੋਰਡ ਨੂੰ 1919 ਦੇ ਵਿੱਚ। ਕਿਹੜੀ ਰਿਐਕਸ਼ਨ ਕਰਨ ਦੇ ਨਾਲ? ਫਸਟ ਵਾਲੀ ਰਿਐਕਸ਼ਨ ਕਰਨ ਦੇ ਨਾਲ, ਜਦੋਂ ਅਲਫਾ ਪਾਰਟੀਕਲਸ ਨੇ ਸਟ੍ਰਾਈਕ ਕੀਤੇ ਜਿਸ ਰੇਡੀਓ ਐਕਟਿਵ ਕੰਪਾਊਂਡ ਦੇ ਨਾਲ ਐਂਡ ਪ੍ਰੋਟੋਨ ਆਬਜ਼ਰਵ ਹੋਏ। The given solution contain copper 2 positive water and acyl acetone is reagent। ਤਾਂ ਕਿਹੜਾ ਹੋਣਾ ਚਾਹੀਦਾ ਹੈ ਜੀ reagent? ਸੋ ਇਹ ਵੀ ਡਾਊਟ 'ਚ ਹੈ, ਇਹਨੂੰ ਆਪਾਂ ਕਲੀਅਰ ਕਰ ਸਕਦੇ ਹਾਂ। ਸੋ ਜਿਵੇਂ ਤੁਹਾਨੂੰ ਅਗਰ ਪਤਾ ਚੱਲਦਾ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਦੇਣਾ। ਪਲਾਂਟ ਕਲੋਰੋਫਿਲ ਵਿੱਚ ਕਿਹੜਾ ਹੁੰਦਾ ਹੈ ਜੀ? ਮੈਗਨੀਸ਼ੀਅਮ, ਇਹ ਤਾਂ ਕਰੈਕਟ ਆਪਸ਼ਨ। NQR ਦੇ ਵਿੱਚ ਦੀ 9 ਟੈਟਰਾਹਾਈਡ ਐਕਸਪੈਕਟਡ NQRs ਜਿਹੜਾ ਸਿਗਨਲ ਕਿਹੜਾ ਸ਼ੋ ਕਰੇਗਾ ਜੀ? 1, ਕਿਉਂਕਿ ਕਾਪਰ ਇੱਕ ਮੈਟਲ ਹੈਗਾ ਆ, ਸੈਂਟਰਲ ਮੈਟਲ। ਸੋ ਇਨ ਦੀ IR ਸਪੈਕਟਰਮ, IR ਸਪੈਕਟਰਮ ਦੇ ਵਿੱਚ ਕਿੰਨੇ ਸ਼ੋ ਹੋਣਗੇ ਸਪੈਕਟਰਾ? IR ਦੇ ਵਿੱਚ ਜਿਹੜੇ ਸਪੈਕਟਰਾ ਹੁੰਦੇ ਨੇ ਉਹ ਕਿੰਨੇ ਸ਼ੋ ਹੋਣਗੇ? ਸੋ IR ਸਪੈਕਟਰਮ ਹਰ ਇੱਕ ਸ਼ੋ ਕਰੂਗਾ, ਮੈਟਲ ਦੇ ਲਾਗੂ ਹੋਣਗੇ ਦਿਸ ਵਨ। ਸੋ 3-4 ਜਿਹੜੇ ਹੋਣਗੇ 4 IR ਬੈਂਡ ਸਪੈਕਟਰਾ ਸ਼ੋ ਕਰਨਗੇ। ਨੈਕਸਟ ਇਜ਼ ਬੇਸਡ ਔਨ ਵਿਚ ਆਫ ਦੀ ਫੋਲੋਇੰਗ ਕੰਪਾਊਂਡ ਦੇ ਵਰਡ ਕ੍ਰਿਸਟਲ। ਕ੍ਰਿਸਟਲ ਕਿੱਥੋਂ ਲਿਆ ਗਿਆ ਵਰਡ? ਤਾਂ ਇਹ ਥੋੜ੍ਹਾ ਡਾਊਟ ਹੈ, ਕੁਛ ਕਹਿ ਰਹੇ ਨੇ ਸੋਡੀਅਮ ਕਲੋਰਾਈਡ ਤੋਂ, ਬਟ ਡਜ਼ ਨਾਟ ਮੀਨ ਇਹਨਾਂ ਦਾ ਮਤਲਬ ਮੋਰ ਸਾਲਟ ਵੀ ਹੋ ਸਕਦਾ ਹੈ। ਸੋ ਇਹ ਵੀ ਆਪਾਂ ਇੱਕ ਡਾਊਟ ਦੇ ਵਿੱਚ ਰੱਖਦੇ ਹਾਂ। ਅੱਗੇ ਇਨ ਫੈਰੋਸਿਨ ਆਕਸੀਡੇਸ਼ਨ ਸਟੇਟ ਆਫ ਦੀ ਸੈਂਟਰਲ ਮੈਟਲ ਐਟਮ ਇਜ਼। ਸੈਂਟਰਲ ਮੈਟਲ ਐਟਮ ਦੀ ਜਿਹੜੀ ਆਕਸੀਡੇਸ਼ਨ ਸਟੇਟ ਹੋਗੀ ਉਹ +2 ਹੋਏਗੀ, +2 ਹੋਏਗੀ। ਫੈਰੋਸਿਨ ਦੇ ਵਿੱਚ ਆਕਸੀਡੇਸ਼ਨ ਸਟੇਟ ਮੈਟਲ ਦੀ +2 ਹੁੰਦੀ ਹੈ। ਦੀ ਐਨਹਾਈਡਰਸ ਕੋਬਾਲਟ ਕਲੋਰਾਈਡ ਐਗਜ਼ਿਸਟ ਐਜ ਹੈਲੋਜਨ ਬ੍ਰੀਜ਼ ਪੋਲੀਮਰ ਵਿਦ ਕੋਬਾਲਟ। ਦੇਖੋ ਜੀ ਵੈਸੇ ਤਾਂ ਇਹਦਾ ਕਲਰ ਜਿਹੜਾ ਹੁੰਦਾ ਪਿੰਕ ਹੁੰਦਾ ਹੈ, ਠੀਕ ਹੈ, ਬਟ ਇਨ ਕੇਸ ਆਫ ਉਹਨਾਂ ਨੂੰ ਪੁੱਛਿਆ ਐਨਹਾਈਡਰਸ ਕੋਬਾਲਟ ਕਲੋਰਾਈਡ ਤਾਂ ਗ੍ਰੀਨ ਵੀ ਹੋ ਸਕਦਾ ਆ, ਬਲੂ ਵੀ ਹੋ ਸਕਦਾ ਹੈ। ਸੋ ਇਹ ਡਾਊਟ ਹੈ ਕਿ ਉਹਨਾਂ ਦੇ ਅਕੋਰਡਿੰਗ ਕਿਆ ਆਂਸਰ ਸੋਚਦੇ ਆ। ਐਨਹਾਈਡਰਸ MgCl2 ਵਾਜ ਐਕਸਪੋਜ਼ਡ ਟੂ ਮੋਇਸਚਰ, ਇਟ ਵਿਲ ਅਬਜ਼ੌਰਬ ਹਾਊ ਮੈਨੀ ਵਾਟਰ ਮੋਲੀਕਿਊਲਸ ਇਨ ਇਟ। ਤਾਂ ਮੈਗਨੀਸ਼ੀਅਮ ਕਲੋਰਾਈਡ 2 ਮੋਲੀਕਿਊਲਸ ਵਾਟਰ ਦੇ ਅਬਜ਼ੌਰਬ ਕਰੂਗਾ। ਦੀ ਮੇਜਰ ਯੂਜ਼ ਆਫ ਸੋਡੀਅਮ ਕਾਰਬੋਨੇਟ। ਸੋਡੀਅਮ ਕਾਰਬੋਨੇਟ ਕਲੀਨਰ ਵਾਸਤੇ ਯੂਜ਼ ਕੀਤਾ ਜਾਂਦਾ ਹੈ, ਸੋਡੀਅਮ ਬੋਟਲ ਗਲਾਸ ਬੋਟਲ ਵਾਸਤੇ ਵੀ ਯੂਜ਼ ਕੀਤਾ ਜਾਂਦਾ ਆ। ਐਂਡ ਤਾਂ ਮੋਸਟਲੀ ਚਲੋ ਗਲਾਸ ਟਿਊਬ ਸੀ ਜ਼ਿਆਦਾ ਪੜ੍ਹਿਆ ਜਾਂਦਾ ਵੈਸੇ, ਯੂਜ਼ ਇੱਥੇ ਵੀ ਹੁੰਦਾ ਕਲੀਨਰਸ ਵਿੱਚ ਯੂਜ਼ ਕੀਤਾ ਜਾਂਦਾ ਸੋਡੀਅਮ ਕਾਰਬੋਨੇਟ ਨੂੰ। ਕੋਕ ਇਜ਼ ਪ੍ਰੋਡਿਊਸਡ ਬਾਈ, ਕੋਕ ਕਿੱਦਾਂ ਪ੍ਰੋਡਿਊਸ ਹੁੰਦੀ ਹੈ? ਸੋ ਆਲ ਆਪਸ਼ਨਸ। ਸੋ ਮੈਨੂੰ ਆਲ ਆਫ ਅਬਵ ਦੀ 3 ਕੁਐਸਚਨ ਹੀ ਸਹੀ ਲੱਗਦੇ ਪਏ ਆ, ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦੇਣਾ। ਆਈ ਐਮ ਨਾਟ ਸ਼ੋਰ। H2O is unstable, it decomposes to produce oxygen and gas water। सही है। The largest CFC is shown by, लार्ज CFC shown की जाती है वो हाई स्पिन के द्वारा शो की जाती है, ठीक है। हाई स्पिन जिन्होंने ज़्यादा होएगी वो ज़्यादा शो करेंगे। सो 3D मैटल कंपलैक्स स्पिन होएगी हाई होएगी, बाकी में लो होएगी स्पिन। The following product obtained on chlorination and unobtained will be दिस वन। सो एक ही है, एक रैसमिक मिक्सचर ऑब्टेन होएगा, रैसमिक मिक्सचर आंसर आएगा अंदर। 50th द लास्ट क्वेश्चन, विच ऑफ द फॉलोइंग इज द करेक्ट ऑर्डर ऑफ डिक्रीजिंग SN2 रिएक्टिविटी। SN2 रिएक्टिविटी देखनी है ਆਪਾਂ। SN2 ਵਿੱਚ ਫਸਟ ਤੋਂ ਅੱਧ ਰਿਐਕਟਿਵ ਕੌਣ ਹੁੰਦਾ? ਪ੍ਰਾਇਮਰੀ। ਸੋ ਹੇਅਰ ਵੇਅਰ ਇਜ਼ ਪ੍ਰਾਇਮਰੀ, ਜੇ ਤਾਂ ਟਰਸ਼ਰੀ ਹੋ ਗਿਆ ਨਾ ਪ੍ਰਾਇਮਰੀ, ਦਿਸ ਵਨ ਇਜ਼ ਪ੍ਰਾਇਮਰੀ ਐਂਡ ਦਿਸ ਵਨ ਇਜ਼ ਸੈਕੰਡਰੀ, ਸੈਕੰਡਰੀ ਐਂਡ ਟਰਸ਼ਰੀ। ਓਕੇ, ਸੋ ਇਹ ਕਰੈਕਟ ਆਪਸ਼ਨ ਹੋਣਾ ਸੀਗਾ। ਤਾਂ ਇਹ ਸੀਗਾ ਸਾਡੇ ਕੋਲ ਕੈਮਿਸਟਰੀ ਦਾ ਵਿਊ। ਅਗਰ ਕੋਈ ਵੀ ਡਾਊਟ ਹੁੰਦਾ, ਪ੍ਰੋਬਲਮ ਹੁੰਦੀ, ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛੋ। ਮੈਂ ਜਸਟ ਆਫਟਰ 10 ਔਰ 15 ਮਿੰਟਸ ਦੇ ਵਿੱਚ ਜਿਓਲੋਜੀ ਦੇ ਆਂਸਰ ਤੁਹਾਨੂੰ ਡਾਇਰੈਕਟ ਦੱਸੂਗਾ ਕਿਹੜੇ ਵਾਲੇ ਸੈਕਸ਼ਨ ਦੇ ਵਿੱਚ, ਹੋਪਸ ਤੁਹਾਨੂੰ ਕਲੀਅਰ ਹੋ ਜਾਣਗੇ। ਥੈਂਕ ਯੂ। ਕਮੈਂਟ ਕਰਦੇ ਰਹਿਣਾ, ਲਾਈਕ ਕਰਦੇ ਰਹਿਣਾ, ਸਬਸਕ੍ਰਾਈਬ ਕਰਦੇ ਰਹਿਣਾ। ਐਂਡ ਕੋਈ ਪ੍ਰੋਬਲਮ ਹੁੰਦੀ ਹੋਈ ਕੈਮਿਸਟਰੀ ਤੋਂ ਰਿਲੇਟਡ, ਆਈ ਐਮ ਹੇਅਰ, ਬਿਕੋਜ਼ ਕੈਮਿਸਟਰੀ ਇੱਕ ਬਹੁਤ ਟਫ ਮਤਲਬ ਉਹਨਾਂ ਦਾ ਸਿਲੇਬਸ ਪਾਇਆ, ਮਤਲਬ ਜਿੱਥੋਂ ਪਾਇਆ ਚੱਕਿਆ, ਕੋਈ ਰਿਪੀਟ ਨਹੀਂ ਕੀਤਾ, ਕੋਈ ਕੁਛ ਨਹੀਂ ਹੋਇਆ। ਜਿਹੜੀ ਐਕਸਪੈਕਟਡ ਸੀਗੇ ਬਿਲਕੁਲ ਅਨਐਕਸਪੈਕਟਡ ਕੁਐਸਚਨ ਕਹਿੰਦੇ ਸੀ ਆਏ ਹੋਏ ਸੀ। ਇਹ ਕਿਉਂ ਆਏ ਹੋਏ ਸੀ ਅਨਐਕਸਪੈਕਟਡ? ਇਹਦਾ ਰੀਜ਼ਨ ਮੈਂ ਦੱਸਦਾ, ਕਿਉਂਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਪੇਪਰ ਬਣਿਆ। ਤਾਂ ਓਬਵੀਅਸ ਜਿਹੜੇ ਟੀਚਰ ਹੈਗੇ ਨੇ ਸਾਡੇ, ਮੈਂ ਵੀ ਉੱਥੋਂ ਪੜ੍ਹਿਆ, ਤਾਂ ਉਹਨਾਂ ਨੇ ਹਮੇਸ਼ਾ ਅਨਐਕਸਪੈਕਟਡ ਹੀ ਪਾਉਣਾ ਹੁੰਦਾ ਆ, ਠੀਕ ਹੈ। ਮਤਲਬ ਬੱਚੇ ਦੇ ਪਤਾ ਨਹੀਂ ਕਨਸੈਪਟ, ਆਈ ਡੋਂਟ ਨੋ ਉਹਨਾਂ ਦੀ
ਜਿਹੜਾ ਪੜ੍ਹਾਉਂਦੇ ਨੇ ਪੜਾਇਆ ਹੁੰਦਾ ਉਹਦੇ ਵਿੱਚ ਨਹੀਂ ਆਊਗਾ, ਕਿਤੇ ਹੋਰ ਹੀ ਆਊਗਾ। ਠੀਕ ਹੈ, ਇਹ ਖਾਸੀਅਤ ਰਹੀ ਹੈ। ਸੋ ਉਹ ਖਾਸੀਅਤ ਹੁਣ ਇੱਥੇ ਮਾਸਟਰ ਕੈਡਰ 'ਚ ਵੀ ਮਿਲੀ ਹੈ ਸਾਨੂੰ ਵੇਖਣ ਨੂੰ। ਸੋ ਫੀਲ ਲੱਕੀ ਔਰ ਫੀਲ ਗੁੱਡ ਕਰਦਾ ਵੀ ਹਾਂ, ਨਹੀਂ ਕਰਦਾ, ਕਿਉਂਕਿ ਪੇਪਰ ਔਖਾ ਤਾਂ ਸਾਡੀ ਜ਼ਿੰਦਗੀ ਦਾ ਸਵਾਲ ਹੈ ਨਾ। ਚਲੋ ਐਨੀ ਹਾਓ ਤਿਆਰੀ ਕਰਦੇ ਰਹੋ, ਬੈਸਟ ਹੈ ਵੇ ਹੈ। ਕੈਮਿਸਟਰੀ ਸੌਖੀ ਆ, ਕੋਈ ਗੱਲ ਨਹੀਂ, ਕਰਦੇ ਰਹਿਣਾ। ਜੂਲੋਜੀ ਵੀ ਸੌਖੀ ਹੈ, ਬਾਇਓਲੋਜੀ ਹੈ, ਸਭ ਕੁਛ ਸੌਖਾ, ਬਟ ਕਰਨਾ ਪੈਣਾ ਸਾਨੂੰ, ਹੈ ਨਾ। ਮੈਂ ਸਮਝ ਗਿਆ ਤੁਹਾਨੂੰ ਕੀ ਕਹਿਣਾ ਚਾਹੁੰਦਾ ਵਾਂ। ਸੋ ਥੈਂਕ ਯੂ, ਬਾਏ, ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ।